ਹਾਂਜੀ ਸੋ ਵੈਰੀ ਗੁੱਡ ਆਫਟਰਨੂਨ ਸਟੂਡੈਂਟਸ। ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹਾਂ, ਤਾਂ ਮਾਸਟਰ ਕੈਡਰ ਦੇ ਸਿਲੇਬਸ ਦੇ ਗੋ ਥਰੂ ਤਾਂ ਤੁਸੀਂ ਹੋ ਗਏ ਹੋਵੋਗੇ। ਹੁਣ ਕਾਫੀ ਸਟੂਡੈਂਟਸ ਦੇ ਮਨ ਦੇ ਵਿੱਚ ਇਹ ਕਨਫਿਊਜ਼ਨ ਹੈ ਕਿ ਮੈਮ ਜਿੱਦਾਂ ਲੈਕਚਰ ਕੈਡਰ ਦਾ ਸਿਲੇਬਸ ਚੇਂਜ ਹੋਇਆ ਹੈ ਕਿ ਸਾਡਾ ਸਿਲੇਬਸ ਵੀ ਚੇਂਜ ਹੋਏਗਾ। ਤਾਂ ਮੈਂ ਤੁਹਾਨੂੰ ਬਾਰ-ਬਾਰ ਉਹੀ ਗੱਲ ਕਹਿ ਰਹੀ ਹਾਂ ਕਿ ਐਜ਼ ਯੂ ਨੋ ਮਾਸਟਰ ਕੈਡਰ ਦੇ ਵਿੱਚ ਜਿਹੜਾ ਹੈ ਹਿਸਟੋਰੀਕਲ ਏਜਸ ਐਲਿਜ਼ਾਬੈਥਨ ਟਾਈਮ ਤੋਂ ਸ਼ੁਰੂ ਹੋ ਰਹੀਆਂ, ਰਾਈਟ। ਤਾਂ ਐਲਿਜ਼ਾਬੈਥਨ ਟਾਈਮ ਦੇ ਵਿੱਚ 3 ਰਾਈਟਰਸ ਨੇ, ਕ੍ਰਿਸਟੋਫਰ ਮਾਰਲੋ, ਵਿਲੀਅਮ ਸ਼ੇਕਸਪੀਅਰ ਤੇ ਇੱਕ ਆਪਣੇ ਕੋਲ ਰਾਈਟਰ ਨੇ ਐਡਮੰਡ ਸਪੈਂਸਰ। ਤਾਂ ਓਬਵੀਅਸਲੀ ਇਹ ਰਾਈਟਰਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਇਹਨਾਂ ਦੇ ਵਿੱਚੋਂ ਕੁਝ ਵੀ ਡਿਡਕਟ ਨਹੀਂ ਕੀਤਾ ਜਾਵੇਗਾ। ਸਿਲੇਬਸ ਦੇ ਵਿੱਚ ਚੇਂजेस ਹੋਣਗੇ ਤਾਂ ਲਿੰਗੁਇਸਟਿਕ ਪਾਰਟਸ ਦੇ ਵਿੱਚ ਥੋੜੇ ਬਹੁਤ ਚੇਂਜ ਹੋ ਜਾਣਗੇ ਜਾਂ ਫਿਰ ਕੁਝ ਰਾਈਟਰ ਇਨੀਸ਼ੀਅਲੀ ਐਡ ਕੀਤੇ ਜਾਣਗੇ। ਤਾਂ ਅੱਜ ਆਪਾਂ ਕਿਵੇਂ ਦੇ ਰਾਈਟਰ ਦੇ ਬਾਰੇ ਪੜ੍ਹਨਾ ਹੈ ਜਿਨ੍ਹਾਂ ਦਾ ਨਾਮ ਲਿਟਰੇਚਰ ਦੇ ਵਿੱਚ ਬਹੁਤ ਵੱਡਾ ਹੈ, ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ ਕ੍ਰਿਸਟੋਫਰ ਮਾਰਲੋ ਦੇ ਨਾਲ। ਜਦੋਂ ਵੀ ਕ੍ਰਿਸਟੋਫਰ ਮਾਰਲੋ ਦਾ ਨਾਮ ਆਉਂਦਾ ਹੈ ਤਾਂ ਕਾਫੀ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਸ਼ਾਇਦ ਕ੍ਰਿਸਟੋਫਰ ਮਾਰਲੋ ਵਿਲੀਅਮ ਸ਼ੇਕਸਪੀਅਰ, ਰਾਈਟ। ਕਿਉਂਕਿ ਇਹਨਾਂ ਦੇ ਉਹਨਾਂ ਦੀ ਪਹਿਲੀ ਗੱਲ ਤਾਂ ਇਹ ਆ, ਬਹੁਤ ਸਾਰੇ ਕ੍ਰਿਟਿਕ ਇਹ ਦਾਵਾ ਕਰਦੇ ਆ ਕਿ ਵਿਲੀਅਮ ਸ਼ੇਕਸਪੀਅਰ ਤੇ ਕ੍ਰਿਸਟੋਫਰ ਮਾਰਲੋ ਇਹ ਦੋ ਅਲੱਗ ਪਰਸਨੈਲਿਟੀਜ਼ ਨਹੀਂ ਹੈਗੀਆਂ, ਇਹ ਇੱਕੋ ਜਾਣਾ, ਰਾਈਟ। ਤੇ ਇਹਨਾਂ ਦੇ ਤੁਸੀਂ ਜਦੋਂ ਟੈਕਸਟ ਪੜੋਗੇ, ਪਲੇਸ ਪੜੋਗੇ ਤਾਂ ਤੁਹਾਨੂੰ ਉੱਥੇ ਵੀ ਥੋੜਾ ਬਹੁਤ ਸ਼ੱਕ ਹੋਏਗਾ ਕਿ ਦੋਨਾਂ ਦੀ ਰਾਈਟਿੰਗ ਸਟਾਈਲ ਵੀ ਸੇਮ ਹੈ, ਉਹੀ ਚੀਜ਼ਾਂ, ਉਹੀ ਟ੍ਰੈਜਿਕ ਕੈਰੈਕਟਰ, ਉਹੀ ਲਾਸਟ ਦੇ ਵਿੱਚ ਤੁਹਾਨੂੰ ਉਹ ਕਥਾਰਸਿਸ ਦੇਖਣ ਨੂੰ ਮਿਲੇਗਾ, ਟ੍ਰੈਜਿਕ ਫੋਲ ਦੇਖਣ ਨੂੰ ਮਿਲੇਗਾ। ਬਟ ਇਹਨਾਂ ਦੇ ਵਿੱਚ ਇੱਕ ਚੀਜ਼ ਜਿਹੜੀ ਡਿਫਰੈਂਟ ਪਾਈ ਗਈ ਹੈ ਉਹ ਇਹ ਹੈ ਕਿ ਵਿਲੀਅਮ ਸ਼ੇਕਸਪੀਅਰ ਵਾਸ ਨੋਟ ਲਿਟਰੇਟ ਟੂ ਮਚ, ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਤੇ ਉਹਨਾਂ ਨੂੰ ਇਲਿਟਰੇਟ ਹੀ ਕੰਸੀਡਰ ਕੀਤਾ ਜਾਂਦਾ। ਬਟ ਜੇ ਮੈਂ ਗੱਲ ਕਰਾਂ ਕ੍ਰਿਸਟੋਫਰ ਮਾਰਲੋ ਦੀ, ਹੀ ਇਜ਼ ਵਨ ਆਫ ਦ ਯੂਨੀਵਰਸਿਟੀ ਵਿਟਸ, ਤਾਂ ਇਹ ਯੂਨੀਵਰਸਿਟੀ ਵਿਟ ਦੇ ਵਿੱਚ ਗਿਣੇ ਜਾਂਦੇ ਆ। ਯੂਨੀਵਰਸਿਟੀ ਵਿਟ ਐਜ਼ ਯੂ ਨੋ, ਯੂਨੀਵਰਸਿਟੀ ਵਿਟ ਇਜ਼ ਅ ਗਰੁੱਪ ਆਫ ਰਾਈਟਰਸ ਜਿਨ੍ਹਾਂ ਨੇ ਯੂਨੀਵਰਸਿਟੀ ਤੋਂ ਆਪਣੀ ਜਿਹੜੀ ਸਟੱਡੀ ਹੈ ਉਹ ਕੀਤੀ, ਜਿਵੇਂ ਕਿ ਆਕਸਫੋਰਡ ਯੂਨੀਵਰਸਿਟੀ ਤੋਂ ਤੇ ਕੈਂਬਰਿਜ ਯੂਨੀਵਰਸਿਟੀ ਤੋਂ। ਆਪਣੇ ਕੋਲ ਕੁਝ ਰਾਈਟਰਸ ਨੇ ਜਿਹੜੇ ਉਸ ਗਰੁੱਪ ਦੇ ਵਿੱਚ ਆਉਂਦੇ ਨੇ, ਜਿਵੇਂ ਕ੍ਰਿਸਟੋਫਰ ਮਾਰਲੋ ਉਹਨਾਂ ਦੇ ਵਿੱਚੋਂ ਇੱਕ ਹੈ। ਇਸ ਤੋਂ ਬਿਨਾ ਆਪਣੇ ਕੋਲ ਲਿਲੀ ਹੈ, ਰੋਬਰਟ ਗ੍ਰੀਨ ਹੈ ਨਾ, ਐਂਡ ਵੀ ਹੈਵ ਥੋਮਸ ਲੋਜ, ਥੋਮਸ ਨੇਸ਼, ਕ੍ਰਿਸਟੋਫਰ ਮਾਰਲੋ, ਥੋਮਸ ਕੀਟਸ, ਰਾਈਟ। ਇਸੇ ਤਰ੍ਹਾਂ ਆਪਣੇ ਕੋਲ ਇਹ ਰਾਈਟਰ ਉਹ ਰਾਈਟਰ ਨੇ ਜਿਹੜੇ ਦੋ ਯੂਨੀਵਰਸਿਟੀਜ਼ ਤੋਂ ਪੜ੍ਹ ਕੇ ਆਏ ਨੇ, ਜਾਂ ਤਾਂ ਉਹ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹ ਕੇ ਆਏ ਨੇ ਜਾਂ ਫਿਰ ਉਹ, ਠੀਕ ਹੈ। ਬਟ ਜਿਹੜੇ ਆਪਣੇ ਕੋਲ ਹੁਣ ਵਿਲੀਅਮ ਸ਼ੇਕਸਪੀਅਰ ਆ ਉਹ ਪੜ੍ਹੇ ਲਿਖੇ ਨਹੀਂ ਸੀ। ਤਾਂ ਕ੍ਰਿਸਟੋਫਰ ਮਾਰਲੋ ਇੱਕ ਬਹੁਤ ਹੀ ਇੰਪੋਰਟੈਂਟ ਰਾਈਟਰ ਆ। ਪਹਿਲਾਂ ਆਪਾਂ ਇਹਨਾਂ ਦੇ ਥੋੜੇ ਜਿਹੇ ਬੈਕਗਰਾਉਂਡ ਦੇ ਬਾਰੇ ਪੜਾਂਗੇ, ਫਿਰ ਆਪਾਂ ਇਹਨਾਂ ਦੇ ਵਰਕਸ ਦੇ ਬਾਰੇ ਜਾਣਾਂਗੇ, ਠੀਕ ਹੈ। ਇਹ ਲੈਕਚਰ ਤੁਹਾਡੇ ਲਈ ਸਫੀਸ਼ੀਐਂਟ ਰਹੇਗਾ, ਕਾਫੀ ਬੈਨੀਫੀਸ਼ੀਅਲ ਰਹੇਗਾ, ਤਾਂ ਇਸ ਲੈਕਚਰ ਨੂੰ ਐਂਡ ਤੱਕ ਜ਼ਰੂਰ ਦੇਖਣਾ। ਸਭ ਤੋਂ ਪਹਿਲਾਂ ਜੇ ਆਪਾਂ ਇਹਨਾਂ ਦੀ ਲਾਈਫ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਜੀ, ਹੀ ਵਾਸ ਬੋਰਨ ਇਨ 1564 ਇਨ ਕੈਂਟਰਬਰੀ, ਇੰਗਲੈਂਡ। ਕੈਂਟਰਬਰੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ 1564। 1564 ਦੇ ਵਿੱਚ ਮੈਨੂੰ ਇੱਕ ਹੋਰ ਦੱਸਿਓ ਵਿਲੀਅਮ ਸ਼ੇਕਸਪੀਅਰ ਦਾ ਬਰਥ ਕਦੋਂ ਹੋਇਆ ਸੀ, ਰਾਈਟ। ਐਂਡ ਹੀ ਵਾਸ ਦ ਸਨ ਆਫ ਸ਼ੂਮੇਕਰ, ਇਹਨਾਂ ਦੇ ਫਾਦਰ ਸ਼ੂਮੇਕਰ ਸੀ, ਜੋਨ ਮਾਰਲੋ। He received his early education from King's School and after that ਉਹ ਸਟੱਡੀ ਕੀਤੀ ਉਹਨਾਂ ਨੇ। ਐਂਡ ਐਟ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਉਹ ਬਹੁਤ ਵਧੀਆ ਸਕੋਲਰ ਸੀ, ਬਹੁਤ ਬ੍ਰਿਲੀਅੰਟ ਸਟੂਡੈਂਟ ਸੀ ਕਿ ਇਹਨਾਂ ਨੂੰ ਸਕੋਲਰਸ਼ਿਪ ਉੱਥੋਂ ਮਿਲੀ ਆ। ਫਿਰ ਆਪਾਂ ਗੱਲ ਕਰਾਂਗੇ ਇਹਨਾਂ ਦੇ ਕੈਰੀਅਰ ਤੇ ਐਸੋਸੀਏਸ਼ਨ ਦੀ। ਆਫਟਰ ਲਿਵਿੰਗ ਕੈਂਬਰਿਜ ਵਿਦਾਊਟ ਟੇਕਿੰਗ ਅ ਡਿਗਰੀ, ਮਾਰਲੋ ਕਮ ਟੂ ਲੰਡਨ। ਇਹ ਲੰਡਨ ਆ ਗਏ। ਲੰਡਨ ਆ ਕੇ ਇਹਨਾਂ ਨੇ ਆਪਣਾ ਡਰਾਮਾਟਿਸਟ ਦੇ ਵਿੱਚ ਐਜ਼ ਅ ਡਰਾਮਾਟਿਸਟ ਆਪਣਾ ਕੈਰੀਅਰ ਜਿਹੜਾ ਹੈ ਸਟਾਰਟ ਕੀਤਾ ਤੇ ਇਹਨਾਂ ਦੇ ਡਰਾਮਾਸ ਕਾਫੀ ਫੇਮਸ ਨੇ। ਜਿਵੇਂ ਤੁਹਾਨੂੰ ਪਤਾ ਹੈ ਕਿ ਇੰਗਲੈਂਡ ਦੇ ਵਿੱਚ ਪਬਲਿਕ ਥੀਏਟਰਸ ਕਾਫੀ ਸਾਰੇ ਖੁੱਲ ਗਏ ਸੀ, ਜਿਹਦੇ ਕਰਕੇ ਲੋਕ ਆਪਣਾ ਆਕਿਊਪੇਸ਼ਨ ਐਜ਼ ਅ ਡਰਾਮਾਟਿਸਟ ਬਣਾਉਣ ਲੱਗ ਗਏ ਸੀ ਤੇ ਬਹੁਤ ਸਾਰੀਆਂ ਜਿਹੜੇ ਲੋਕ ਸੀ ਉਹ ਆਪਣਾ ਆਕਿਊਪੇਸ਼ਨ ਸੋਚਦੇ ਸੀ ਕਿ ਅਸੀਂ ਐਕਟਰ ਬਣ ਜਾਈਏ ਤਾਂ ਕਿ ਸਾਡੀ ਲਾਈਫ ਸੈੱਟ ਹੋ ਜਾਵੇ, ਕਿਉਂਕਿ ਡਰਾਮਾ ਦਾ ਉਸ ਟਾਈਮ ਤੇ ਪੀਕ ਸੀ, ਹੈ ਨਾ। ਡਰਾਮਾ ਬਹੁਤ ਜ਼ਿਆਦਾ ਲਿਖਿਆ ਜਾਂਦਾ ਸੀ, ਪਰਫਾਰਮ ਕੀਤਾ ਜਾਂਦਾ ਸੀ, ਇੱਕ ਐਂਟਰਟੇਨਮੈਂਟ ਦਾ ਬਹੁਤ ਵਧੀਆ ਸੋਰਸ ਸੀ ਡਰਾਮਾ। ਫਿਰ ਉੱਥੇ ਬਹੁਤ ਸਾਰੀਆਂ ਐਕਟਿੰਗ ਕੰਪਨੀਜ਼ ਵੀ ਲਾਂਚ ਹੋਈਆਂ, ਜਿਵੇਂ ਕਿ ਵਿਲੀਅਮ ਸ਼ੇਕਸਪੀਅਰ ਵਾਸ ਐਸੋਸੀਏਟਡ ਵਿਦ ਲॉर्ड ਚੈਂਬਰਲੈਨਸ ਮੈਨ, ਜੋ ਕਿ ਕੁਈਨ ਐਲਿਜ਼ਾਬੈਥ ਦੇ ਅੰਡਰ ਹੀ ਕੰਪਨੀ ਸੀ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕੰਪਨੀਜ਼ ਆਈਆਂ, ਠੀਕ ਹੈ। ਡਿਫਰੈਂਟ ਐਕਟਿੰਗ ਕੰਪਨੀਜ਼ ਜਿਹੜੀਆਂ ਸੀ ਆਪਣੇ ਪਰਫਾਰਮੈਂਸ ਦਿੰਦੀਆਂ ਹੁੰਦੀਆਂ ਸੀ। ਹੁਣ ਜਿਹੜੇ ਕ੍ਰਿਸਟੋਫਰ ਮਾਰਲੋ ਇੱਕ ਕੰਪਨੀ ਦੇ ਨਾਲ ਐਸੋਸੀਏਟਡ ਆ, ਉਹਨਾਂ ਦਾ ਨਾਮ ਹੈ ਲॉर्ड ਐਡਮਾਇਰਲਸ ਮੈਨ, ਵੈਰੀ ਇੰਪੋਰਟੈਂਟ। ਤਾਂ ਸ਼ੇਕਸਪੀਅਰ ਸੀ ਲॉर्ड ਚੈਂਬਰਲੈਨ ਮੈਨ, ਇਹ ਹੈਗੇ ਲॉर्ड ਐਡਮਾਇਰਲ ਮੈਨ ਦੇ ਨਾਲ ਥੋੜਾ ਜਿਹਾ ਇਹ ਡੀਲ ਕਰਦੇ ਨੇ, ਠੀਕ ਹੈ। ਹੁਣ ਜੇ ਮੈਂ ਗੱਲ ਕਰਾਂ ਕਿ ਇਹ ਬਹੁਤ ਹੀ ਇੰਪੋਰਟੈਂਟ ਕੰਪਨੀ ਸੀ ਉਸ ਟਾਈਮ ਦੀ, ਲॉर्ड ਐਡਮਾਇਰਲਸ ਮੈਨ।
He became the greatest rival of William Shakespeare in Elizabethan drama। ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਇਹਨਾਂ ਨੇ ਹੋਰ ਵੀ ਕੋਈ ਕੰਮ ਕੀਤਾ obviously। So he was not only a playwright, ਇਹ ਸਿਰਫ ਡਰਾਮਾਟਿਸਟ ਹੀ ਨਹੀਂ ਸੀ, he was also a secret agent, ਜਾਸੂਸੀ ਦਾ ਵੀ ਕੰਮ ਕੀਤਾ ਇਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਲਈ। ਮੀਨਸ ਇੱਕ ਸਰਕਾਰੀ ਨੌਕਰੀ ਕਰਦੇ ਸੀ ਇਹ, ਸਿਵਲ ਸਰਵੈਂਟ ਸੀ ਉੱਥੋਂ ਦੇ। and he worked for Sir Francis Walsingham, the chief secretary under ਕੁਈਨ ਐਲਿਜ਼ਾਬੈਥ I। ਇਹ ਸਿੰਗਮ ਬਹੁਤ ਹੀ ਇੰਪੋਰਟੈਂਟ ਕੈਰੈਕਟਰ ਆ। ਜਦੋਂ ਤੁਸੀਂ ਹਿਸਟੋਰੀਕਲ ਕੰਟੈਕਸਟ ਪੜ੍ਹਦੇ ਹੋ ਤੁਹਾਨੂੰ ਪਤਾ ਹੈ ਕਿ ਕੁਈਨ ਐਲਿਜ਼ਾਬੈਥ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸੀ, ਤੇ ਇਹ ਵਾਲਾ ਬੰਦਾ ਸੀ ਜਿਹੜਾ ਸਿੰਗਮ, ਇਸੇ ਨੇ ਪੂਰਾ ਜਿਹੜਾ ਹੈ ਕੌਨਸਪੀਰੇਸੀ ਨੂੰ ਓਪਨ ਕੀਤਾ ਸੀ, ਦੱਸਿਆ ਸੀ ਵੀ ਤੁਹਾਡੇ ਖਿਲਾਫ ਜਿਹੜਾ ਨੇ ਉਹ ਮਾਰਨ ਦੀਆਂ ਤੁਹਾਨੂੰ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਤੇ ਉਸੇ ਦੇ ਅੰਡਰ ਕ੍ਰਿਸਟੋਫਰ ਮਾਰਲੋ ਕੰਮ ਕਰਦੇ ਸੀ ਐਜ਼ ਅ ਏਜੰਟ। ठीक है, ਹੁਣ ਜੇ मैं गल करा he was involved in spying on Catholics। मैं ਤੁਹਾਨੂੰ ਦੱਸਿਆ ਨਾ ਕਿ ਕੁਈਨ ਐਲਿਜ਼ਾਬੈਥ was Protestant, ਤਾਂ ਕਈ ਕੈਥੋਲਿਕ ਕੰਟਰੋਵਰਸੀ ਕਰਦੇ ਰਹਿੰਦੇ ਸੀ ਕਿ ਅਸੀਂ ਕੁਈਨ ਐਲਿਜ਼ਾਬੈਥ ਦੀ ਅਸੈਸੀਨੇਸ਼ਨ ਕਰਨੀ ਹੈ, ਉਹਨੂੰ ਮਾਰਨਾ ਹੈ। ਤਾਂ ਇੱਥੇ ਕੈਥੋਲਿਕਸ ਦੇ ਉੱਤੇ ਇੱਕ ਨਜ਼ਰ ਰੱਖੀ ਜਾਂਦੀ ਸੀ ਤਾਂ ਕਿ ਰਾਣੀ ਨੂੰ ਜਿਹੜੀ ਹੈ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਤਾਂ ਇਹ ਕੈਥੋਲਿਕਸ ਦੇ ਉੱਤੇ ਨਜ਼ਰ ਰੱਖਦੇ ਸੀ। ਐਂਡ ਕਲੈਕਟਿੰਗ ਇਨਫੋਰਮੇਸ਼ਨ ਅਬਰੋਡ, ਤੇ ਹੋਰ ਵੀ ਸਾਰੀ ਇਨਫੋਰਮੇਸ਼ਨ ਕਲੈਕਟ ਕਰਦੇ ਸੀ। ਠੀਕ ਹੈ, ਇਸ ਤੋਂ ਬਿਨਾ ਜੇ ਹੋਰ ਦੇਖੀਏ ਆਪਾਂ ਹੋਰ ਇਹਨਾਂ ਨੇ ਕੀ ਕੀਤਾ ਡੈਥ ਦੇ ਬਾਰੇ। ਕ੍ਰਿਸਟੋਫਰ ਮਾਰਲੋ ਡਾਈਡ ਔਨ 30th May 1593 ਇਨ ਅ ਟੈਵਰਨ ਬ੍ਰੌਲ ਐਟ ਡੈਪਟਫੋਰਡ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹਨਾਂ ਦੀ ਲਾਈਫ ਦਾ ਜਿਹੜਾ ਕਨਸੈਪਟ ਹੈ। ਹੁਣ ਇਹਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਇਹਦੇ ਵਿੱਚ ਆਪਾਂ ਕੀ ਦੇਖਾਂਗੇ ਕਿ ਜਿਹੜੇ ਕ੍ਰਿਸਟੋਫਰ ਮਾਰਲੋ ਦੀ ਡੈਥ ਹੋ ਜਾਂਦੀ ਹੈ 1593 ਦੇ ਵਿੱਚ, ਤੇ ਆਪਣੇ ਕੋਲ ਇਹਨਾਂ ਦੀ ਡੈਥ ਦਾ ਕੋਈ ਵੀ ਓਫੀਸ਼ੀਅਲ ਪ੍ਰੂਫ ਨਹੀਂ ਹੈਗਾ। ਆਪਾਂ ਨੂੰ ਨਹੀਂ ਪਤਾ ਵੀ ਸੱਚੀ ਨੂੰ ਇਹ ਗੱਲ ਸੱਚ ਹੈ ਜਾਂ ਝੂਠ ਹੈ। ਇਹ ਬੋਲਿਆ ਜਾਂਦਾ ਹੈ ਵੀ ਉਹ ਇੱਕ ਜਗ੍ਹਾ ਤੇ ਬੈਠੇ ਸੀ ਜਿਹਨੂੰ ਆਪਾਂ ਅਹੱਤਾ ਬੋਲ ਦਿੰਦੇ ਆ, ਤੇ ਇੱਕ ਬਹਿਸ ਹੋ ਜਾਂਦੀ ਹੈ, ਆਰਗੂਮੈਂਟ ਹੋ ਜਾਂਦਾ, ਜਿਹਦੇ ਕਰਕੇ ਜਿਹੜਾ ਬੰਦਾ ਕਿਲਰ ਹੈ ਉਹਨਾਂ ਦੀ ਅੱਖਾਂ ਦੇ ਵਿੱਚ ਜਿਹੜਾ ਹੈ ਉਹ ਡੈਗਰ ਮਾਰ ਦਿੰਦਾ, ਮਤਲਬ ਜਿਹੜਾ ਖੰਜਰ ਹੁੰਦਾ ਉਹ ਖੋਪ ਦਿੰਦਾ। ਠੀਕ ਹੈ, ਜਿਹਦੇ ਕਰਕੇ ਇਹਨਾਂ ਦੀ ਡੈਥ ਹੋ ਜਾਂਦੀ ਆ। ਮਾਰਲੋ ਲਾਈਫ ਵਾਸ ਸ਼ਾਰਟ, ਬਹੁਤ ਹੀ ਛੋਟੀ ਉਮਰ ਸੀ, ਬਟ ਬਹੁਤ ਜ਼ਿਆਦਾ ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੰਟਰੀਬਿਊਟ ਕੀਤਾ। ਹੀ ਵਾਸ ਅ ਸਕੋਲਰ, ਹੀ ਵਾਸ ਅ ਪਲੇਰਾਈਟ ਐਂਡ ਅ ਸਪਾਈ ਆਲਸੋ ਐਂਡ ਅ ਟਰੂ ਰੈਨੇਸਾ ਮੈਨ। ਇਹਨਾਂ ਨੂੰ ਟਰੂ ਰੈਨੇਸਾ ਮੈਨ ਬੋਲਿਆ ਗਿਆ ਕਿਉਂਕਿ ਉਸ ਟਾਈਮ ਤੇ ਰੈਨੇਸਾ ਮੂਵਮੈਂਟ ਬਲੂਮ ਕਰ ਰਹੀ ਸੀ ਇੰਗਲੈਂਡ ਦੇ ਵਿੱਚ। ਠੀਕ ਹੈ, ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡਾਕਟਰ ਫੋਸਟਸ, ਇਹਨਾਂ ਦੇ ਵਰਕਸ ਕਾਫੀ ਇੰਪੋਰਟੈਂਟ ਨੇ, ਤਾਂ ਇਹਨਾਂ ਦੇ ਉੱਤੇ ਡਿਟੇਲ ਵੀਡੀਓ ਜਿਹੜੀ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਦੇ ਵਿੱਚ ਕਹਿ ਸਕਦੇ ਹੋ, ਫਿਰ ਮੈਂ ਤੁਹਾਨੂੰ ਡਿਟੇਲ ਵੀਡੀਓ ਵੀ ਬਣਾ ਦੂੰਗੀ ਉਹਨਾਂ ਦੇ ਵਰਕਸ ਦੇ ਉੱਤੇ। ਡਾਕਟਰ ਫੋਸਟਸ ਦੀ ਜੇ ਗੱਲ ਕਰੀਏ ਇਹ 1592 ਦੇ ਅਰਾਊਂਡ ਪਰਫਾਰਮ ਹੋਇਆ ਸੀ। ਇੱਕ ਟ੍ਰੈਜੇਡੀ ਪਲੇ ਹੈ ਐਲਿਜ਼ਾਬੈਥਨ ਟਾਈਮ ਦਾ। ਸ਼ੇਕਸਪੀਅਰ ਦੇ ਪਲੇਸ ਦੇ ਨਾਲ ਨਾਲ ਇਸ ਪਲੇ ਨੂੰ ਵੀ ਬਹੁਤ ਤਵੱਜੋ ਮਿਲੀ ਆ, ਬਹੁਤ ਇੰਪੋਰਟੈਂਟ ਪਲੇ ਹੈ। ਇਹਦੇ ਵਿੱਚ ਇੱਕ ਲੈਜੈਂਡ ਦੇ ਉੱਤੇ ਇਹ ਬਣਿਆ ਹੋਇਆ, ਲੈਜੈਂਡ ਹੁੰਦਾ ਲੋਕ ਕਥਾ। ਠੀਕ ਹੈ, ਡਾਕਟਰ ਜੌਨ ਫੋਸਟ ਦੇ ਉੱਤੇ ਇੱਕ ਰੀਅਲ ਟਰੂਥ ਹੈ, ਜੋ ਕਿ ਜਰਮਨ ਸਕੋਲਰ ਸੀ ਜਿਸਨੇ ਆਪਣੀ ਆਤਮਾ ਸ਼ੈਤਾਨ ਨੂੰ ਵੇਚ ਦਿੱਤੀ ਸੀ ਜਸਟ ਫॉर ਟੈਂਪਟੇਸ਼ਨ। ਠੀਕ ਹੈ, ਆਪਣੀਆਂ ਉਮੀਦਾਂ ਆਪਣੀਆਂ ਇੱਛਾਵਾਂ ਨੂੰ ਪੂਰੀ ਕਰਨ ਦੇ ਲਈ ਇੱਕ ਸੌਦਾ ਕੀਤਾ ਸੀ, ਆਪਣੀ ਆਤਮਾ ਵੇਚ ਦਿੱਤੀ। ਉਸੇ ਲੈਜੈਂਡ ਦੇ ਉੱਤੇ ਡਾਕਟਰ ਫੋਸਟਸ ਲਿਖਿਆ ਹੋਇਆ। ਇਸ ਦੇ ਵਿੱਚ ਤੁਹਾਨੂੰ ਅੰਬੀਸ਼ਨ ਦਾ ਥੀਮ ਦੇਖਣ ਨੂੰ ਮਿਲੇਗਾ, ਨੌਲੇਜ ਦਾ ਥੀਮ ਦੇਖਣ ਨੂੰ ਮਿਲੇਗਾ, ਪਾਵਰ ਦਾ, ਟੈਂਪਟੇਸ਼ਨ ਦਾ, ਡੈਮਨੇਸ਼ਨ ਦਾ, ਇਹ ਸਾਰੇ ਥੀਮਸ ਜਿਹੜੇ ਆ ਤੁਹਾਨੂੰ ਦੇਖਣ ਨੂੰ ਮਿਲਣਗੇ। ਜੋਨਰੇ ਦੀ ਗੱਲ ਕਰਾਂ ਤਾਂ ਜੋਨਰੇ ਟ੍ਰੈਜੇਡੀ ਹੈ। ਟ੍ਰੈਜੇਡੀ ਕੀ ਹੁੰਦਾ? ਟ੍ਰੈਜੇਡੀ ਹੁੰਦਾ ਇੱਕ ਐਵੇਂ ਦਾ ਪਲੇ ਜਿਸ ਦੇ ਵਿੱਚ ਲਾਸਟ ਦੇ ਵਿੱਚ ਤੁਸੀਂ ਦੇਖੋਗੇ ਹੀਰੋ ਦੀ ਡੈਥ ਹੋਏਗੀ। ਠੀਕ ਹੈ, ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਰਡਰ ਵਾਲੇ ਸੀਨ ਹੋਣਗੇ ਤੇ ਹੀਰੋ ਤੋਂ ਇੱਕ ਗਲਤੀ ਹੋਏਗੀ ਜਿਸ ਗਲਤੀ ਦੇ ਕਰਕੇ ਉਹਦਾ ਫਾਲ ਹੋਏਗਾ। ਹੁਣ ਮੈਂ ਇਹਦੀ ਸਮਰੀ ਤੁਹਾਨੂੰ ਦੱਸ ਦਿੰਦੀ ਆ। ਪਹਿਲਾਂ ਆਪਾਂ ਥੋੜੇ ਜਿਹੇ ਕੈਰੈਕਟਰਸ ਦੇ ਬਾਰੇ ਜਾਣ ਲਈਏ। ਸਭ ਤੋਂ ਪਹਿਲਾਂ ਡਾਕਟਰ ਫੋਸਟਸ ਕੈਰੈਕਟਰ ਆ, ਉਹ ਸਕੋਲਰ ਹੈ ਜੋ ਆਪਣੀ ਆਤਮਾ ਵੇਚ ਦਿੰਦਾ ਹੈ। ਮੈਫਿਸਟੋਫਿਲਿਸ ਇੱਕ ਡੈਵਿਲ ਹੈ ਤੇ ਫੋਸਟਸ ਦਾ ਸਰਵੈਂਟ ਤੁਹਾਨੂੰ ਦੇਖਣ ਨੂੰ ਮਿਲੇਗਾ। ਠੀਕ ਹੈ, ਲੂਸੀਫਰ ਡੈਵਿਲ, ਕਿੰਗਸ ਆਫ ਡੈਵਿਲ ਹੈ, ਜੋ ਸ਼ੈਤਾਨਾਂ ਦਾ ਰਾਜਾ ਜਿਹਨੂੰ ਆਪਾਂ ਬੋਲਦੇ ਆ ਉਹ ਹੈ, ਸੇਟਨ ਵੀ ਬੋਲ ਦਿੰਦੇ ਇਹਨਾਂ ਨੂੰ। ਵੈਗਨਰ ਫੋਸਟਸ ਦਾ ਸਟੂਡੈਂਟ ਹੈ। ਕੁਐਸਚਨ ਆ ਸਕਦਾ ਹੈ ਗੁੱਡ ਐਂਜਲ, ਬੈਡ ਐਂਜਲ, ਇਹ ਦੋਨੋਂ ਤੁਹਾਨੂੰ ਐਬਸਟਰੈਕਟ ਆਈਡੀਆਜ਼ ਕੈਰੈਕਟਰ ਦਿਖਾ ਰੱਖੇ ਆ। ਜਿਵੇਂ ਤੁਸੀਂ ਵੀ ਕਈ ਵਾਰ ਕੋਈ ਫੈਸਲਾ ਲੈਣਾ ਹੁੰਦਾ ਹੈ, ਕਈ ਵਾਰ ਆਪਣਾ ਮਨ ਕਰਦਾ ਵੀ ਕਰ ਲਈਏ, ਦੂਸਰੇ ਪਾਸੇ ਆਪਣਾ ਮਨ ਕਰਦਾ ਨਾ ਕਰੀਏ, ਤਾਂ ਉਹ ਗੁੱਡ ਐਂਜਲ ਤੇ ਬੈਡ ਐਂਜਲ ਨੇ ਜੋ ਆਪਣੀ ਕੌਨਸ਼ੀਅਸ ਹੀ ਖੁਦ ਹੀ ਉਹ ਆਪਣਾ ਟੈਂਪਟੇਸ਼ਨ ਹੈ,
अपनी ही जमीर है जो ਆਪਾਂ ਨੂੰ ਕਈ ਵਾਰ ਕਹਿੰਦੀ ਹੈ ਵੀ ਤੂੰ ਕਰ, ਕਈ ਵਾਰ ਕਹਿੰਦੀ ਹੈ ਨਹੀਂ ਕਰ, ਠੀਕ ਹੈ। ਤਾਂ ਉਹੀ ਚੀਜ਼ ਹੈ ਗੁੱਡ ਐਂਜਲ। ਤੁਸੀਂ ਦੇਖਿਆ ਵੀ ਹੋਵੇਗਾ ਕਈ ਮੂਵੀਜ਼ ਦੇ ਵਿੱਚ ਦਿਖਾ ਰੱਖਿਆ ਹੁੰਦਾ ਇੱਧਰਲੀ ਸਾਈਡ ਗੁੱਡ ਐਂਜਲ ਬੈਠਾ, ਇੱਧਰਲੀ ਸਾਈਡ ਬੈਡ ਐਂਜਲ ਬੈਠਾ। ਗੁੱਡ ਐਂਜਲ ਹਮੇਸ਼ਾ ਤੁਹਾਨੂੰ ਸਹੀ ਕਰਨ ਦੀ ਸਲਾਹ ਦੇਗਾ, ਬਟ ਬੈਡ ਐਂਜਲ ਤੁਹਾਨੂੰ ਟੈਂਪਟ ਕਰੇਗਾ, ਅਟਰੈਕਟ ਕਰੇਗਾ ਬੁਰੀਆਂ ਚੀਜ਼ਾਂ ਵੱਲ, ਰਾਈਟ। ਇਸ ਦੇ ਜਿਹੜੇ ਹੁਣ ਪਲੇ ਦੀ ਸਮਰੀ ਦੇਖੋ ਜੀ। Dr. Faustus, a scholar, is dissatisfied with conventional learning। ਹੁਣ ਜਿਹੜਾ ਡਾਕਟਰ ਫੋਸਟਸ ਆ ਉਹ ਬਹੁਤ ਵੱਡਾ ਸਕੋਲਰ ਆ, ਬਹੁਤ ਪੜ੍ਹਿਆ ਲਿਖਿਆ ਹੈ, ਤਾਂ ਉਹਨੂੰ ਜਿਹੜੀ ਆਮ ਪਰੰਪਰਾਵਾਦ ਤਰੀਕੇ ਦੇ ਨਾਲ ਜੋ ਲਰਨਿੰਗ ਚੱਲਦੀ ਆ ਰਹੀ ਹੈ ਉਹਨੂੰ ਨਹੀਂ ਪਸੰਦ, ਠੀਕ ਹੈ। ਤੇ ਉਹ ਚਾਹੁੰਦਾ ਵੀ ਮੈਂ ਇਸ ਤੋਂ ਹਟ ਕੇ ਕੁਝ ਕਰਾਂ, ਓਵਰ ਐਂਬੀਸ਼ੀਅਸ ਆ ਉਹ ਕੀ ਕਰਦਾ ਹੈ, ਉਹ ਸਿੱਖਣ ਦੀ ਕੋਸ਼ਿਸ਼ ਕਰਦਾ, ਉਹ ਆਪਣੀ ਲਰਨਿੰਗ ਨੂੰ ਨਕਾਰ ਦਿੰਦਾ। ਬਹੁਤ ਸਾਰੇ ਸਬਜੈਕਟਸ ਉਹ ਜਿਹੜੇ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਨਕਾਰ ਦਿੰਦਾ ਵੀ ਰੀਜ਼ਨਿੰਗ ਤੋਂ ਕੀ ਮਿਲਦਾ, ਕੁਝ ਵੀ ਨਹੀਂ। ਇਸੇ ਤਰ੍ਹਾਂ ਮੈਥਮੈਟਿਕਸ ਤੋਂ ਸਾਨੂੰ ਕੀ ਦੇਖਣ ਨੂੰ ਮਿਲਦਾ, ਕੁਝ ਵੀ ਨਹੀਂ। ਹਿਸਟਰੀ ਤੋਂ ਕੁਝ ਵੀ ਨਹੀਂ, ਮਤਲਬ ਹਰੇਕ ਚੀਜ਼ ਦਾ ਅੰਤ ਜਿਹਾ ਲੱਭ ਦਿੰਦਾ ਉਹ। ਬਟ ਉਹ ਜਿਹੜਾ ਜਾਂਦਾ ਹੀ ਟਰਨਸ ਟੂ ਮੈਜਿਕ, ਮੈਜਿਕ ਦੀ ਪੜ੍ਹਾਈ ਨੂੰ ਨੈਕਰੋਮੈਂਸੀ ਕਹਿੰਦੇ ਆ। ਤਾਂ ਉਹ ਜਾਦੂ ਟੂਣੇ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦਾ, ਬਲੈਕ ਮੈਜਿਕ ਦੀ, ਤਾਂ ਕਿ ਉਹਨੂੰ ਨੌਲੇਜ ਤੇ ਪਾਵਰ ਦੋਨੋਂ ਮਿਲ ਸਕਣ, ਰਾਈਟ। ਫਿਰ ਉਹ ਆਪਣੇ ਮੈਜਿਕ ਵੈਲਿਊਜ਼ ਦੇ ਨਾਲ, ਆਪਣੀ ਮੈਜੀਕਲ ਪਾਵਰਸ ਦੇ ਨਾਲ ਇੱਕ ਦਿਨ ਇੱਕ ਸ਼ੈਤਾਨੀ ਆਤਮਾ ਨੂੰ ਬੁਲਾਉਂਦਾ ਜਿਸ ਦਾ ਨਾਮ ਹੁੰਦਾ ਹੈ ਮੈਫਿਸਟੋਫਿਲਿਸ। ਮੈਫਿਸਟੋਫਿਲਿਸ ਇਜ਼ ਅ ਸਰਵੈਂਟ ਟੂ ਲੂਸੀਫਰ, ਤਾਂ ਉਹ ਸੈਟਨ ਦਾ ਹੀ ਸਰਵੈਂਟ ਹੈ। ਜਦੋਂ ਉਹ ਆਉਂਦਾ ਤਾਂ ਉਹਦੇ ਨਾਲ ਜਿਹੜਾ ਹੈ ਇੱਕ ਬਲੱਡ ਕੰਟਰੈਕਟ ਸਾਈਨ ਕਰਦਾ ਹੈ, offering his soul to Lucifer in return for 24 years of service। ਤੇ ਕੰਟਰੈਕਟ ਦੇ ਵਿੱਚ ਲਿਖਿਆ ਹੁੰਦਾ ਵੀ ਜੇ ਤੂੰ ਮੇਰੀ ਨੌਕਰੀ ਕਰੇਗਾ 24 ਸਾਲ, ਮੈਂ ਆਪਣੀ ਆਤਮਾ 24 ਸਾਲ ਤੋਂ ਬਾਅਦ ਜਿਹੜੀ ਹੈ ਉਹ ਸੈਟਨ ਨੂੰ ਦੇ ਦੂੰਗਾ। ਤਾਂ ਉਹ ਬਲੱਡ ਦੇ ਨਾਲ ਸਾਈਨ ਕਰਦਾ ਹੈ। ਜਿਵੇਂ ਹੀ ਮੈਫਿਸਟੋਫਿਲਿਸ ਉਹਦੀ ਸਰਵਿਸ ਦੇ ਵਿੱਚ ਆਉਂਦਾ ਤਾਂ ਇਹ ਬਹੁਤ ਟ੍ਰਿਕ ਕਰਦਾ ਹੈ, ਆਪਣੀ ਪਾਵਰ ਦਾ ਮਿਸਯੂਜ਼ ਕਰਦਾ ਹੈ, ਕਦੇ ਉਹ ਲੁਕ ਕੇ ਲੋਕਾਂ ਨੂੰ ਤੰਗ ਕਰਦਾ ਹੈ, ਕਦੇ ਕੁਝ, ਮਤਲਬ ਬਹੁਤ ਸਾਰੀਆਂ ਚੀਜ਼ਾਂ ਡਾਕਟਰ ਫੋਸਟਸ ਕਰਦਾ ਹੈ, ਠੀਕ ਹੈ, ਇਸ ਪਾਵਰ ਦੇ ਸਦਕੇ। ਉਸ ਤੋਂ ਬਾਅਦ ਐਜ਼ ਦਾ ਐਂਡ ਅਪਰੋਚ, ਹੁਣ 24 ਸਾਲ ਬੀਤ ਗਏ, ਐਂਡ ਆ ਗਿਆ, ਉਹਨੂੰ ਆਪਣੇ ਪਛਤਾਵਾ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਨੂੰ ਪਤਾ ਕਿ ਮੇਰਾ ਟਾਈਮ ਨੇੜੇ ਆ ਗਿਆ। ਹੁਣ ਇੱਥੇ ਉਹਨੂੰ ਕੈਥਾਰਸਿਸ ਹੋਏਗਾ ਬਟ ਬਹੁਤ ਲੇਟ ਹੋ ਜਾਂਦਾ ਹੈ। ਹੀ ਇਜ਼ ਡਰੈਗਡ ਟੂ ਹੈਲ ਬਾਈ ਡੈਵਲਸ। ਜਦੋਂ ਉਹਨੂੰ ਲੈ ਕੇ ਜਾਂਦੇ ਆ ਉਹਦੀ ਆਤਮਾ ਨੂੰ ਖਿੱਚ ਕੇ, ਤਾਂ ਉਹ ਸੀਨ ਬਹੁਤ ਹੀ ਜ਼ਿਆਦਾ ਟੈਰੀਫਿਕ ਹੈ, ਬਹੁਤ ਪੈਥੈਟਿਕ ਹੈ, ਤੁਹਾਨੂੰ ਤਰਸ ਵੀ ਆਏਗਾ ਡਾਕਟਰ ਫੋਸਟਸ ਤੇ, ਠੀਕ ਹੈ। ਐਂਡ ਇਸ ਪਲੇ ਦੀ ਐਂਡਿੰਗ ਹੁੰਦੀ ਆ ਵਾਰਨਿੰਗ ਦੇ ਨਾਲ, ਕੋਰਸ ਵਾਰਨਿੰਗ ਦੇ ਰਹੀ ਆ ਕਿ ਪ੍ਰਾਈਡ ਤੇ ਓਵਰ ਰੀਚਿੰਗ ਐਂਬੀਸ਼ਨ ਦੀ ਹੱਦ ਹੋਣੀ ਚਾਹੀਦੀ ਆ। ਕਿਸੇ ਵੀ ਚੀਜ਼ ਨੂੰ ਆਊਟ ਆਫ ਕੰਟਰੋਲ ਨਾ ਕਰੋ, ਬਾਉਂਡਰੀਜ਼ ਤੋਂ ਜ਼ਿਆਦਾ ਨਾ ਕਰੋ, ਫਿਰ ਪਛਤਾਉਣਾ ਪੈਂਦਾ ਹੈ, ਉਹੀ ਚੀਜ਼ ਹੈ, ਠੀਕ ਹੈ। ਸਿਗਨੀਫੀਕੈਂਸ ਜੇ ਆਪਾਂ ਦੇਖੀਏ, ਇਹਦਾ ਸਿਗਨੀਫੀਕੈਂਸ ਇਹਦਾ ਬਹੁਤ ਵੱਡਾ ਹੈ। The play influenced many later writers including Goethe, right? Goethe ਜਿਹੜੇ ਗੈਟੇ ਰਾਈਟਰ ਆ ਉਹਨਾਂ ਨੇ ਫੌਸਟ ਲਿਖਿਆ ਸੀ ਇਸੇ ਪਲੇ ਦੇ ਉੱਤੇ। It reflects the Renaissance conflict between human potential and Christian morality। ਹੁਣ ਇਹ ਹਿਊਮਨਿਜ਼ਮ ਦਾ ਵੀ ਕੰਸੈਪਟ ਲੈ ਕੇ ਆਉਂਦਾ ਇਹ ਵਾਲਾ ਪਲੇ। It is a powerful warning against excessive emotion and moral decay, ਠੀਕ ਹੈ। ਨੈਕਸਟ ਆਪਣੇ ਕੋਲ ਇਹਨਾਂ ਦਾ ਇੱਕ ਹੋਰ ਪਲੇ ਹੈ ਜਿਹੜਾ ਆਪਾਂ ਪੜ੍ਹਨਾ ਹੈ, ਜਿਊ ਆਫ ਮਾਲਟਾ। ਜਿਊ ਆਫ ਮਾਲਟਾ ਵੀ ਕਾਫੀ ਇੰਪੋਰਟੈਂਟ ਪਲੇ ਹੈ ਜਿਸ ਦੇ ਵਿੱਚ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਦੇ ਬਾਰੇ ਪਤਾ ਚੱਲੇਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਪਲੇ ਦੀ। ਫਰਸਟ ਪਾਰਟ ਆਫ ਡਾਕਟਰ ਫੋਸਟਸ ਟ੍ਰਾਇਓਲੋਜੀ ਬਾਈ ਕ੍ਰਿਸਟੋਫਰ ਮਾਰਲੋ। ਡੂ ਯੂ ਨੋ ਕ੍ਰਿਸਟੋਫਰ ਮਾਰਲੋ ਦੀ ਟ੍ਰਾਇਓਲੋਜੀ ਦਾ ਇਹ ਪਹਿਲਾ ਪਾਰਟ ਹੈ। ਡਾਕਟਰ ਫੋਸਟਸ ਉਹਨਾਂ ਦੀ ਟ੍ਰਾਇਓਲੋਜੀ ਦਾ ਨਾਮ ਹੈ, ਤਾਂ ਫਰਸਟ ਪਾਰਟ ਉਹਦਾ ਹੈ ਜਿਊ ਆਫ ਮਾਲਟਾ, ਠੀਕ ਹੈ। ਇਹਦੇ ਵਿੱਚ ਵੀ ਸੇਮ ਉਸੇ ਤਰ੍ਹਾਂ ਦਾ ਹੈ, ਓਵਰ ਐਂਬੀਸ਼ਨ, ਰਾਈਟ। ਤਾਂ ਹੁਣ ਇਹਦੇ ਵਿੱਚ ਦੇਖਾਂਗੇ ਵੀ ਸੈਟਿੰਗ ਹੈ ਮਾਲਟਾ ਦੀ, ਇੱਕ ਰਿਵੈਂਜ ਟ੍ਰੈਜੇਡੀ ਹੈ, ਕਿਸ ਦੇ ਉੱਤੇ, ਬਾਰਬਸ ਦੀ ਲਾਈਫ ਦੇ ਉੱਤੇ। ਬਾਰਬਸ ਨਾਮ ਦਾ ਕੈਰੈਕਟਰ ਹੈ। ਹੁਣ ਕੈਰੈਕਟਰ ਦੇਖ ਲੈਂਦੇ ਆਪਾਂ, ਹਾਂਜੀ। ਸੋ ਵੀ ਹੈਵ ਕੈਰੈਕਟਰ, ਸਭ ਤੋਂ ਪਹਿਲਾਂ ਬਾਰਬਸ ਕੈਰੈਕਟਰ ਹੈ, ਵੈਲਦੀ ਜਿਊ ਪ੍ਰੋਟੈਗਨਿਸਟ ਹੈ। ਉਸ ਤੋਂ ਬਾਅਦ ਮੈਕੀਵਲ। ਮੈਕੀਵਲ ਕੀ ਹੁੰਦਾ ਹੈ? ਇਟ ਇਜ਼ ਅ ਈਵਲ ਸਪਿਰਿਟ, ਇਹ ਬਹੁਤ ਹੀ ਬੁਰੀ ਆਤਮਾ ਹੈ ਤੇ ਬਾਰਬਸ ਦਾ ਸਰਵੈਂਟ ਹੈ। ਫ੍ਰੈਂਜ਼ੀ ਇੱਕ ਯੰਗ ਨੋਬਲਮੈਨ ਹੈ ਤੇ ਬਾਰਬਸ ਦਾ ਦੁਸ਼ਮਣ ਹੈ। ਗਵਰਨਰ ਆਫ ਮਾਲਟਾ ਇਨਫਲੂਐਂਸਡ ਬਾय ਬਾਰਬਸ, ਰਾਈਟ। ਐਂਡ ਲੋਡੋਵਿਕ ਹੈ ਕ੍ਰਿਸਚੀਅਨ ਨਾਈਟ, ਜੋਸ਼ੂਆ ਹੈ ਬਾਰਬਸ ਦਾ ਸਲੇਵ। ਹੁਣ ਬਾਰਬਸ ਇੱਕ ਐਵੇਂ ਦਾ ਕੈਰੈਕਟਰ ਹੈ ਜੋ ਪਾਵਰਫੁਲ ਬਣਨਾ ਚਾਹੁੰਦਾ ਹੈ ਤੇ ਜਿਹਨੂੰ ਲੱਗਦਾ ਵੀ ਮੇਰੇ ਕੋਲ ਦੁਨੀਆ ਦੀ ਹਰੇਕ ਤਾਕਤ ਹੋਵੇ, ਠੀਕ ਹੈ। ਸਟਾਈਲ ਜੇ ਤੁਸੀਂ ਇਹਨੂੰ ਦੇਖੋਗੇ ਤਾਂ ਇਹ ਬਲੈਂਕ ਵਰਸ ਦੇ ਵਿੱਚ ਲਿਖਿਆ ਹੋਇਆ ਹੈ। ਬਲੈਂਕ ਵਰਸ ਕੀ ਹੁੰਦਾ ਹੈ? ਬਲੈਂਕ ਵਰਸ ਇੱਕ ਐਵੇਂ ਦੀ
ਪੈਟਰਨ ਹੁੰਦਾ ਜਿਹਦੇ ਵਿੱਚ ਕੋਈ ਰਾਈਮਿੰਗ ਸਕੀਮ ਨਹੀਂ ਹੁੰਦੀ। ਮਤਲਬ ਜਿਵੇਂ ਆਪਾਂ ਦੇਖੀਏ ਕਿ ਜਿਵੇਂ ਮਿਊਜ਼ਿਕ, ਜਿਵੇਂ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਆਈ ਵੰਡਰ ਵਾਟ ਯੂ ਆਰ, ਤਾਂ ਸਟਾਰ ਆਰ ਰਾਈਮਿੰਗ ਸਕੀਮ ਬਣ ਰਹੀ ਹੈ ਨਾ, ਤਾਂ ਬਲੈਂਕ ਵਰਸ ਦੇ ਵਿੱਚ ਰਾਈਮਿੰਗ ਸਕੀਮ ਨਹੀਂ ਹੁੰਦੀ। ਜਿੱਦਾਂ ਆਪਣੇ ਦਿਲ ਦੀ ਧੜਕਣ ਕਦੇ ਹੌਲੀ ਕਦੇ ਤੇਜ਼ ਧੜਕਦੀ ਆ, ਉਹ ਉਸ ਤਰ੍ਹਾਂ ਦਾ ਇਹਦੇ ਵਿੱਚ ਆਈਐਮਬਿਕ ਪੈਂਟਾਮੀਟਰ ਹੁੰਦਾ, ਜਸਟ ਲਾਈਕ ਆਰ ਹਾਰਟ ਬੀਟ। ਉਹਨੂੰ ਆਪਾਂ ਆਇੰਬਿਕ ਪੈਂਟਾਮੀਟਰ ਬੋਲ ਦਿੰਦੇ, ਜੋ ਸਾਊਂਡ ਕ੍ਰੀਏਟ ਕਰਦਾ ਹੈ, ਠੀਕ ਹੈ। ਬਲੈਂਕ ਵਰਸ ਦੇ ਵਿੱਚ ਉਹ ਹੁੰਦਾ। ਤਾਂ ਇਹਦੀ ਪਲॉट ਸਮਰੀ ਆਪਾਂ ਦੇਖਾਂਗੇ। ਬਾਰਬਸ ਇਜ਼ ਅ ਵੈਲਥੀ ਜਿਊ ਇਨ ਮਾਲਟਾ ਇਜ਼ ਅ ਮਨੀ ਲੈਂਡਰ। ਉਹ ਇੱਕ ਵਿਆਜ ਤੇ ਪੈਸੇ ਦੇਣ ਵਾਲਾ ਬੰਦਾ ਹੈ ਬਾਰਬਸ, ਤੇ ਉਹਦਾ ਧਰਮ ਹੈ ਜਿਊ, ਯੂ ਨੋ ਪ੍ਰੋਟੈਸਟੈਂਟਸ। ਹੀ ਇਜ਼ ਅਬਿਊਜ਼ਡ ਐਂਡ ਮੌਕਡ ਬਾय ਦ ਕ੍ਰਿਸਚੀਅਨਸ। ਉਹਨੂੰ ਬਹੁਤ ਸਾਰੇ ਕ੍ਰਿਸਚੀਅਨ ਗਾਲਾਂ ਵੀ ਕੱਢਦੇ ਨੇ, ਬਹੁਤ ਸਾਰੇ ਕ੍ਰਿਸਚੀਅਨ ਉਹਦਾ ਮਜ਼ਾਕ ਵੀ ਉਡਾਉਂਦੇ ਨੇ। He wants revenge and uses his wealth, cunning and the support to the of the evil spirit Machiavel to destroy his enemies। ਤਾਂ ਉਹ ਚਾਹੁੰਦਾ ਸੀ ਵੀ ਜਿੰਨੇ ਵੀ ਆ ਲੋਕ ਮੇਰਾ ਮਜ਼ਾਕ ਬਣਾਉਂਦੇ ਨੇ, ਮੇਰੇ ਤੋਂ ਬਦਲਾ ਲੈਣਾ, ਵੀ ਮੈਨੂੰ ਛੇੜਦੇ ਨੇ, ਮੈਂ ਇਹਨਾਂ ਤੋਂ ਬਦਲਾ ਲੈਣਾ, ਚਾਹੇ ਜਿਵੇਂ ਮਰਜ਼ੀ ਲੈਵਾਂ, ਠੀਕ ਹੈ। ਤਾਂ ਉਹਦੇ ਲਈ ਬਹੁਤ ਹੀ ਬੈਡ ਪਲੋਟਿੰਗ ਵੀ ਕਰਦਾ ਹੈ। He causes the death of many nobles and gains the confidence of the governor। ਉਹ ਬਹੁਤ ਸਾਰੇ ਲੋਕਾਂ ਨੂੰ ਮਾਰ ਵੀ ਦਿੰਦਾ ਹੈ, ਤੇ ਉੱਥੋਂ ਦਾ ਗਵਰਨਰ ਵੀ ਵਿਕਿਆ ਵਾ ਹੁੰਦਾ, ਤਾਂ ਉਹਦੇ ਨਾਲ ਹੀ ਰਲ ਜਾਂਦਾ ਹੈ। At last Barbas is betrayed and killed by frenzy with the help of the Christian। ਲਾਸਟ ਦੇ ਵਿੱਚ ਤੁਹਾਨੂੰ ਪਤਾ ਅੰਤ ਜਿਹੜਾ ਅੰਤ ਭਲੇ ਦਾ ਭਲਾ ਤੇ ਬੁਰੇ ਦਾ ਅੰਤ ਬੁਰਾ ਹੀ ਹੁੰਦਾ ਹੈ, ਰਾਈਟ। ਤਾਂ ਇੱਥੇ ਜਿਹੜਾ ਭਲਾ ਬੰਦਾ ਹੋਏਗਾ ਉਹਦਾ ਅੰਤ ਭਲਾ ਹੋਏਗਾ, ਜਿਹੜਾ ਬੁਰਾ ਹੋਏਗਾ ਉਹ ਐਂਡ ਉਹਦਾ ਟ੍ਰੈਜਿਕ ਹੋਏਗਾ। ਤੇ ਬਾਰਬਸ ਨੂੰ ਲਾਸਟ ਦੇ ਵਿੱਚ ਫ੍ਰੈਂਜ਼ੀ ਨਾਮ ਦਾ ਬੰਦਾ ਧੋਖਾ ਦਿੰਦਾ ਐਂਡ ਉਹਦੇ ਦੁਆਰਾ ਉਹਨੂੰ ਮਾਰ ਦਿੱਤਾ ਜਾਂਦਾ। ਸਾਰੇ ਕ੍ਰਿਸਚੀਅਨ ਮਿਲ ਕੇ ਉਹਨੂੰ ਮਾਰ ਦਿੰਦੇ ਆ, ਤੇ ਮੈਕੇਵਿਲ ਟੇਕਸ ਹਿਸ ਸੋਲ ਟੂ ਹੈਲ, ਤੇ ਮੈਕੇਵਿਲ ਉਹਦੀ ਆਤਮਾ ਨੂੰ ਨਰਕ ਦੇ ਵਿੱਚ ਲੈ ਜਾਂਦਾ। ਤਾਂ ਇਹ ਵੀ ਬਹੁਤ ਇੰਪੋਰਟੈਂਟ ਇਹਨਾਂ ਦਾ ਵਰਕ ਹੈ। ਇਸ ਤੋਂ ਬਿਨਾਂ ਇਹਨਾਂ ਨੇ ਹੋਰ ਵੀ ਦੋ ਵਰਕ ਲਿਖੇ। ਇੱਕ ਤਾਂ ਲਿਖਿਆ ਇਹਨਾਂ ਨੇ ਟੰਬਰਲਿਨ ਦਾ ਗ੍ਰੇਟ, ਇੱਕ ਲਿਖਿਆ ਐਡਵਰਡ ਟੂ, ਠੀਕ ਹੈ। ਟੰਬਰਲਿਨ ਦਾ ਗ੍ਰੇਟ ਜਿਹੜਾ ਹੈ ਉਹ ਤੈਮੂਰ ਦੀ ਕਹਾਣੀ ਹੈ। ਏਸ਼ੀਆ ਦਾ ਰਾਜਾ ਸੀ ਟੰਬਰਲਿਨ, ਜਿਹੜਾ ਚਾਹੁੰਦਾ ਸੀ ਮੈਂ ਦੁਨੀਆ ਦੀ ਹਰ ਜਗ੍ਹਾ ਨੂੰ ਜਿੱਤ ਲਵਾਂ, ਮਤਲਬ ਮੈਂ ਪੂਰੀ ਦੁਨੀਆ ਤੇ ਰਾਜ ਕਰਾਂ, ਬਹੁਤ ਓਵਰ ਪਾਵਰ ਚਾਹੁੰਦਾ ਸੀ ਉਹ, ਰਾਈਟ। ਇਹਦੀ ਆਪਾਂ ਦੇਖਾਂਗੇ, ਇਹਦੇ ਵਿੱਚ ਨਾ ਤੁਸੀਂ ਦੇਖੋਗੇ ਕਿ ਟੰਬਰਲੇਨ ਇੱਕ ਚਰਵਾਹਾ ਸੀ, ਤਾਂ ਬਹੁਤ ਗਰੀਬ ਸੀ। ਉਹ ਚਰਵਾਹੇ ਤੋਂ ਰਾਜਾ ਬਣਿਆ, ਠੀਕ ਹੈ। ਚਰਵਾਹੇ ਤੋਂ ਉਹ ਬਹੁਤ ਤਕੜਾ ਰਾਜਾ ਬਣ ਗਿਆ ਜਿਹਨੂੰ ਕੋਈ ਹਰਾ ਨਾ ਪਾਵੇ। ਤਾਂ ਉਹਨੇ ਬਹੁਤ ਸਾਰੇ ਕਿੰਗਸ ਨੂੰ ਹਰਾਇਆ, ਪਰਸ਼ੀਆ ਨੂੰ ਹਰਾਇਆ, ਇੰਡੀਆ ਨੂੰ ਹਰਾਇਆ, ਤਰਕੀ ਨੂੰ ਹਰਾਇਆ, ਇਜਿਪਟ ਨੂੰ ਹਰਾਇਆ, ਤੇ ਬਹੁਤ ਸਾਰੇ ਨੇਸ਼ਨਸ ਨੂੰ ਜਿੱਤ ਲਿਆ। ਮਤਲਬ ਹੁਣ ਉਹਦੀ ਪਾਵਰਫੁਲ ਬਹੁਤ ਜ਼ਿਆਦਾ ਬਣ ਗਿਆ। ਤਾਂ ਇਹਦੇ ਦੋ ਪਾਰਟਸ ਆ, ਪਾਰਟ 1 ਐਂਡ ਪਾਰਟ 2। ਪਾਰਟ 1 ਦੇ ਵਿੱਚ ਦੇਖੋਗੇ ਤੁਸੀਂ ਉਹ ਓਲਡ ਹੈ ਤੇ ਉਹ ਮਰਨ ਦੇ ਲਈ ਖੜਾ ਹੈ, ਠੀਕ ਹੈ। ਆਫਟਰ ਡਿਵਾਈਡਿੰਗ ਹਿਸ ਇੰਪਾਇਰ ਅਮੰਗ ਹਿਸ ਸਨ, ਤੇ ਉਹ ਆਪਣਾ ਪੂਰਾ ਡਿਵਾਈਡ ਕਰ ਦਿੰਦਾ ਆਪਣਾ ਇੰਪਾਇਰ ਆਪਣੇ ਬੇਟਿਆਂ ਦੇ ਲਈ ਵਿੱਚ। ਪਾਰਟ 2 ਦੇ ਵਿੱਚ ਦੇਖੋਗੇ ਉਹਦੇ ਦੋਨੋਂ ਬੇਟੇ ਪਾਵਰ ਦੇ ਲਈ ਲੜਨਾ ਸ਼ੁਰੂ ਕਰ ਦਿੰਦੇ ਆ, ਤੇ ਡਿਸਟਰੋਏ ਈਚ ਅਦਰ, ਦੋਨੋਂ ਇੱਕ ਦੂਸਰੇ ਨੂੰ ਖਤਮ ਵੀ ਕਰ ਦਿੰਦੇ ਆ। ਫਿਰ ਇਸ ਤੋਂ ਬਾਅਦ ਟੰਬਰਲਿਨ ਨੂੰ ਅਹਿਸਾਸ ਹੁੰਦਾ ਵੀ ਮੈਂ ਕੀ ਕੀਤਾ, ਇੰਨਾ ਰਾਜ ਭਾਗ ਜੋੜ ਕੇ ਮੈਂ ਕੀ ਕੀਤਾ, ਕੁਝ ਵੀ ਨਹੀਂ। ਮੇਰੇ ਵਿੱਚ ਇੱਕ ਪਾਵਰ ਸੀ, ਇੱਕ ਓਵਰ ਪਾਵਰ ਕਰਨੇ ਦੀ ਜਿਹੜੀ ਉਹ ਤੁਸੀਂ ਕਹਿ ਸਕਦੇ ਹੋ ਇੱਕ ਅੰਬੀਸ਼ਨ ਸੀ ਮੇਰਾ, ਉਹ ਅੱਜ ਕਿਸੇ ਕੰਮ ਦਾ ਨਹੀਂ ਰਿਹਾ, ਠੀਕ ਹੈ। ਟੰਬਰਲਿਨ ਰਿਜੈਕਟਸ ਦਾ ਵਰਲਡ ਐਂਡ ਡਾਈ ਇਨ ਡਿਸਡੇਨ। ਤੇ ਇਸੇ ਤਰ੍ਹਾਂ ਟੰਬਰਲਿਨ ਨੂੰ ਅਹਿਸਾਸ ਹੁੰਦਾ ਉਹਦੀ ਗਲਤੀਆਂ ਦਾ, ਤੇ ਉਹਦੀ ਮੌਤ ਹੋ ਜਾਂਦੀ ਹੈ, ਠੀਕ ਹੈ। ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਇਹਦੇ ਵਿੱਚ ਨਾ ਕੀ ਪੁਆਇੰਟਸ ਤੁਸੀਂ ਯਾਦ ਰੱਖਣੇ ਆ। ਟੰਬਰਲਿਨ ਇਜ਼ ਲਾਰਜਰ ਦੈਨ ਲਾਈਫ ਹੀਰੋ। ਅੱਜ ਵੀ ਤੁਹਾਨੂੰ ਦੁਨੀਆ ਦੇ ਵਿੱਚ ਬਹੁਤ ਸਾਰੇ ਟੰਬਰਲਿਨ ਦੇਖਣ ਨੂੰ ਮਿਲਦੇ ਆ, ਜਿਹੜੇ ਚਾਹੁੰਦੇ ਆ ਵੀ ਆਹ ਚੀਜ਼ ਵੀ ਮੇਰੀ ਹੋਵੇ, ਇੱਥੇ ਵੀ ਮੇਰਾ ਹਿੱਸਾ ਹੋਵੇ, ਪੂਰੀ ਦੁਨੀਆ ਨੂੰ ਜਿੱਤਣਾ ਚਾਹੁੰਦੇ ਆ, ਹੈਨਾ। ਇਹਦੇ ਵਿੱਚ ਨਾ ਤੁਸੀਂ ਬਹੁਤ ਲੈਂਗੁਏਜ ਦੇਖਣ ਨੂੰ ਮਿਲੇਗੀ ਤੁਹਾਨੂੰ, ਤੇ ਇਹ ਉਸ ਟਾਈਮ ਦੀ ਹੀਰੋਇਕ ਟ੍ਰੈਜੇਡੀ ਮੰਨੀ ਜਾਂਦੀ ਹੈ। ਐਡਵਰਡ ਟੂ ਦੀ ਜਦੋਂ ਗੱਲ ਕਰਾਂਗੇ, ਇਹ ਕਿੰਗ ਐਡਵਰਡ ਟੂ ਦੇ ਉੱਤੇ ਬਣਿਆ ਹੋਇਆ ਪਲੇ, ਠੀਕ ਹੈ। ਇਹ ਹਿਸਟੋਰੀਕਲ ਪਲੇ ਹੈ। ਇਸ ਦੇ ਵਿੱਚ ਤੁਹਾਨੂੰ ਕਿੰਗ ਤੇ ਨੋਬਿਲਿਟੀ ਦੇ ਵਿੱਚ ਵਾਲਾ ਕੰਫਲਿਕਟ ਦੇਖਣ ਨੂੰ ਮਿਲੇਗਾ, ਕਲੈਸ਼ ਕੀਆ। ਇਹ ਟ੍ਰੈਜੇਡੀ ਹੈ ਕਮਜ਼ੋਰੀ ਦੀ, ਫੇਵਰੇਟਿਜ਼ਮ ਦੀ, ਪੋਲੀਟੀਕਲ ਟੈਂਸ਼ਨ। ਹੁਣ ਦੇਖੋ ਕਿੰਗ ਐਡਵਰਡ ਇਜ਼ ਵੀਕ ਐਂਡ ਲੀਵ ਪਿਅਰਸ ਗ੍ਰੇਵਸਟਨ ਅ ਫੇਵਰੇਟ, ਠੀਕ ਹੈ। ਬਹੁਤ ਹੀ ਕਮਜ਼ੋਰ ਸ਼ਾਸਕ ਹੈ, ਤਾਂ ਉਹਨੂੰ ਪਿਆਰ ਹੈ ਪਿਅਰਸ ਗ੍ਰੇਵਸਟਨ ਦੇ ਨਾਲ। ਨੋਬਲ ਜਿਹੜੇ ਆ ਜਿੰਨੇ ਵੀ ਉਹਦੇ ਕੋਰਟ ਦੇ ਵਿੱਚ ਨੋਬਲ ਮੈਨ ਨੇ, ਉਹ ਸਾਰੇ ਗ੍ਰੇਵਸਟਨ ਨੂੰ ਨਫ਼ਰਤ ਕਰਦੇ ਆ, ਉਹ ਨਹੀਂ ਚਾਹੁੰਦੇ ਵੀ ਸਾਡਾ ਕਿੰਗ ਇਹਦੇ ਨਾਲ ਫਰੈਂਡਸ਼ਿਪ ਕਰੇ, ਠੀਕ ਹੈ। ਤੇ ਉਹ ਰਿਬੈਲ ਚਾਹੁੰਦੇ ਆ ਵੀ ਅਸੀਂ ਹੁਣ ਇਹ ਕਿੰਗ ਇਹਦੇ ਨਾਲ ਬੈਠਣ ਤੋਂ ਨਹੀਂ ਹਟਦਾ, ਇਹਦੀਆਂ ਗੱਲਾਂ ਮੰਨਣ ਤੋਂ ਨਹੀਂ ਹਟਦਾ, ਤਾਂ ਅਸੀਂ ਕਿੰਗ ਤੋਂ ਬਦਲਾ ਲੈਣਾ।
ठीक है। तो ग्रेवसन ਨੂੰ ਬੈਨਿਸ਼ ਕਰਵਾ ਦਿੱਤਾ ਜਾਂਦਾ ਹੈ, ਜਦੋਂ ਉਹ ਵਾਪਸ ਆਉਂਦਾ ਤਾਂ ਉਹਨੂੰ ਐਗਜ਼ੀਕਿਊਟ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਐਡਵਰਡ ਜਿਹੜਾ ਹੈ ਉਹ ਨਿਊ ਸਪੈਂਸਰ ਨੂੰ ਜਿਹੜਾ ਹੈ ਫੇਵਰ ਕਰਨਾ ਸ਼ੁਰੂ ਕਰ ਦੇਗਾ, ਜਿਹਦੇ ਕਰਕੇ ਉਹਨੂੰ ਹੋਰ ਰਿਬੈਲੀਅਨ ਦਾ ਸਾਹਮਣਾ ਕਰਨਾ ਪੈਂਦਾ। ਤੇ ਕਿੰਗ ਨੂੰ ਕੈਪਚਰ ਕੀਤਾ ਜਾਂਦਾ, ਉਹਨੂੰ ਇੰਪ੍ਰਿਜ਼ਨ ਕੀਤਾ ਜਾਂਦਾ, ਲਾਸਟ ਦੇ ਵਿੱਚ ਉਹਨੂੰ ਮਾਰ ਦਿੱਤਾ ਜਾਂਦਾ। ਤਾਂ ਇਹਦੇ ਵਿੱਚ ਤੁਸੀਂ ਕੀ ਦੇਖੋਗੇ, ਤੁਹਾਨੂੰ ਕੀ ਦੇਖਣ ਨੂੰ ਮਿਲੇਗਾ? ਵੀਕ ਕਿੰਗਸ਼ਿਪ। ਇੱਕ ਰਾਜਾ ਜਦੋਂ ਕਮਜ਼ੋਰ ਹੁੰਦਾ ਹੈ, ਜਦੋਂ ਆਪਣੇ ਫੈਸਲੇ ਖੁਦ ਨਾ ਕਰ ਪਾਵੇ ਤਾਂ ਉਹਦਾ ਅੰਤ ਬਹੁਤ ਮਾੜਾ ਹੁੰਦਾ ਹੈ। ਠੀਕ ਹੈ। ਫੇਵਰੇਟਿਜ਼ਮ ਤੇ ਕਰਪਸ਼ਨ ਦਾ ਵੀ ਕੰਸੈਪਟ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਕਿ ਜਦੋਂ ਫੇਵਰੇਟਿਜ਼ਮ ਦਾ ਕੰਸੈਪਟ ਆ ਜਾਂਦਾ ਤਾਂ ਚੀਜ਼ਾਂ ਬਾਇਸਡ ਹੁੰਦੀਆਂ ਹੈ। ਓਕੇ। ਰਿਬੈਲੀਅਨ ਤੇ ਜਸਟਿਸ ਦਾ ਕੈਰੈਕਟਰ ਵੀ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਐਂਡ ਟ੍ਰੈਜੇਡੀ ਆਫ ਮਿਸਰੂਲ। ਠੀਕ ਹੈ। ਹੁਣ ਜਿਵੇਂ ਆਪਾਂ ਨੂੰ ਪਤਾ ਕਿ ਆਪਾਂ 4 ਵਰਕਸ ਇਹਨਾਂ ਦੇ ਪੜ੍ਹੇ ਆ। ਕਿਹੜੇ ਕਿਹੜੇ ਵਰਕਸ ਪੜ੍ਹੇ ਆ? ਸਭ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਡਾਕਟਰ ਫੋਸਟਸ। ਉਹਦੇ ਵਿੱਚ ਤੁਹਾਨੂੰ ਸਮਝ ਆ ਗਿਆ ਡਾਕਟਰ ਫੋਸਟਸ ਓਵਰ ਪਾਵਰ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਮੇਰੇ ਕੋਲ ਓਵਰ ਅੰਬੀਸ਼ੀਅਸ ਸੀ ਉਹ। ਇਸੇ ਤਰ੍ਹਾਂ ਟੰਬਰਲੇਨ ਆਪਾਂ ਦੇਖਿਆ, ਉਹ ਓਵਰ ਪਾਵਰ ਕਰਨਾ ਚਾਹੁੰਦਾ ਸੀ ਹਰ ਚੀਜ਼ ਨੂੰ। ਠੀਕ ਹੈ। ਬਹੁਤ ਐਲਮਾਈਟੀ ਬਣਨਾ ਚਾਹੁੰਦਾ ਸੀ ਉਹ। ਤੇ ਐਡਵਰਡ 2 ਦੇ ਵਿੱਚ ਤੁਸੀਂ ਵੀਕ ਕਿੰਗਸ਼ਿਪ ਦੇਖੀ ਆ। ਇਸ ਤੋਂ ਬਿਨਾਂ ਜਿਓ ਆਫ ਮਾਲਟਾ ਪੜਿਆ, ਉਹਦੇ ਵਿੱਚ ਤੁਸੀਂ ਦੇਖਿਆ ਵੀ ਉਹ ਇੱਕ ਰਿਵੈਂਜ ਟ੍ਰੈਜੇਡੀ ਹੈ। ਕਿਸ ਤਰ੍ਹਾਂ ਜਿਹੜਾ ਹੈ ਉਹ ਰਿਵੈਂਜ ਲੈਣਾ ਚਾਹੁੰਦਾ ਸੀ ਬਾਰਬਸ, ਬਟ ਲਾਸਟ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ। ਤਾਂ ਕ੍ਰਿਸਟੋਫਰ ਮਾਰਲੋ ਦੇ ਇਹ ਕੁਝ ਇੰਪੋਰਟੈਂਟ ਪਲੇਸ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਹਨਾਂ ਦੇ ਉੱਤੇ ਡਿਟੇਲਡ ਵੀਡੀਓ ਬਣਾਵਾਂ ਜਿਹਦੇ ਵਿੱਚ ਐਕਟ ਵਾਈਜ਼ ਸਮਰੀ ਤੁਹਾਨੂੰ ਕਰਾਵਾਂ, ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਵਾਰ ਮੈਂਸ਼ਨ ਕਰ ਦਿਓ ਤੇ ਤੁਹਾਡੀ ਡਿਮਾਂਡ ਦੇ ਉੱਤੇ ਉਹ ਜਿਹੜੀ ਵੀਡੀਓਜ਼ ਹੈ ਮੈਂ ਬਣਾ ਦੂੰਗੀ। ਥੈਂਕ ਯੂ ਸੋ ਵੈਰੀ ਮਚ। ਇਹ ਸਰਫੇਸ ਲੈਵਲ ਹੈ, ਤੁਸੀਂ ਇਸ ਚੀਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਪੜ੍ਹ ਲਿਓ ਤਾਂ ਤੁਹਾਡਾ ਇਹਦੇ ਵਿੱਚੋਂ ਕੁਐਸਚਨ ਜ਼ਰੂਰ ਬਣਨੇ ਹੀ ਬਣਨੇ। ਕ੍ਰਿਸਟੋਫਰ ਮਾਰਲੋ ਬਹੁਤ ਇੰਪੋਰਟੈਂਟ ਟੌਪਿਕ ਆ, ਤਾਂ ਇਹਨਾਂ ਦੇ ਵਿੱਚੋਂ ਕੁਐਸਚਨ ਜ਼ਰੂਰ ਆ ਸਕਦੇ ਆ। ਠੀਕ ਹੈ। ਥੈਂਕ ਯੂ ਸੋ ਵੈਰੀ ਮਚ। ਹੈਵ ਅ ਵੈਰੀ ਗੁੱਡ ਡੇ।